ਆਪਣਾ ਪੰਜਾਬ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਹਰਪ੍ਰੀਤ ਸਿੰਘ ਮਾਈ। ਜਿੱਦਾਂ ਕਿ ਖਾਸ ਮੁਲਾਕਾਤ ਦੇ ਵਿੱਚ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਮਿਲਵਾਉਂਦੇ ਹਾਂ, ਉਹਨਾਂ ਬਾਰੇ ਜਾਣਕਾਰੀ ਦਿੰਦੇ ਹਾਂ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਵਾਉਂਦੇ ਹਾਂ। ਇਸੇ ਤਰ੍ਹਾਂ ਹੀ ਇਸੀ ਲੜੀ ਨੂੰ ਤੋੜਦੇ ਹੋਏ ਅੱਜ ਅਸੀਂ ਅੱਗੇ ਜਿਹੜਾ ਆਪਣਾ ਇਹ ਸਪੈਸ਼ਲ ਪ੍ਰੋਗਰਾਮ ਵੂਮਨ ਸਟੇਜ ਦੇ ਉੱਪਰ ਅੱਜ ਕਰਨ ਜਾ ਰਹੇ ਹਾਂ। ਤੁਹਾਨੂੰ ਅੱਜ ਅਸੀਂ ਮਿਲਵਾਉਣ ਜਾ ਰਹੇ ਹਾਂ ਜੀ ਨਿਊ ਵੂਮਨ ਇੰਪਾਵਰਮੈਂਟ ਗਰੁੱਪ ਦੇ ਨਾਲ ਅਤੇ ਉਹਨਾਂ ਦੇ ਅਹੁਦੇਦਾਰਾਂ ਦੇ ਨਾਲ। ਕਿ ਮੈਂ ਸਵਾਗਤ ਕਰਦਾ ਸਭ ਤੋਂ ਪਹਿਲਾਂ ਮੈਡਮ ਮੇਰੇ ਨਾਲ ਬੈਠੇ ਨੇ ਰਜਨੀ ਭਾਰਗਵ ਜੀ, ਸ਼ੁਕਰੀਆ ਜੀ। ਨਾਲ ਹੀ ਮੈਂ ਵੈਲਕਮ ਕਰਦਾ ਮੈਡਮ ਨੀਰੂ ਸੋਢੀ ਜੀ ਦਾ, ਤੇ ਨਾਲ ਹੀ ਸਾਡੇ ਨਾਲ ਜਿਹੜੇ ਬਿਊਟੀ ਕੁਈਨ ਨੇ ਮੈਡਮ ਰੁਚੀ ਨਰੂਲਾ ਜੀ, ਉਹਨਾਂ ਦਾ ਵੀ ਬਹੁਤ ਬਹੁਤ ਜਿਹੜਾ ਸਵਾਗਤ ਹੈ। ਸੋ ਕਿਉਂ ਮੰਦਾ ਆਖੀਏ ਕਿ ਤੁਮਨੇ ਰਾਜਾ। ਜਦੋਂ ਵੀ ਕਿਤੇ ਵੂਮਨਸ ਨੂੰ ਲੈ ਕੇ ਗੱਲ ਚੱਲਦੀ ਹੈ ਤਾਂ ਗੁਰੂ ਸਾਹਿਬ ਦਾ ਜਿਹੜਾ ਜ਼ਿਕਰ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦੇ ਲਈ ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ ਸੀ। ਪ੍ਰਾਤਨ ਕਾਲ ਤੋਂ ਆਵਾਜ਼ ਉੱਠਦੀ ਅੱਜ ਇੰਨੀ ਸੋਹਣੀ ਹੋ ਗਈ ਕਿ ਵੂਮਨ ਜਿਹੜੀ ਹੈ ਅੱਜ ਬਰਾਬਰ ਮੇਲ ਦੇ ਬਰਾਬਰ ਕੰਮ ਕਰ ਰਹੀ ਹੈ, ਹਰੇਕ ਕੰਮ ਦੇ ਵਿੱਚ ਬਰਾਬਰ ਹੈ। ਅੱਜ ਜਿਹੜੀ ਸਮਾਨਤਾ ਹੈ ਉਹ ਹੈਗੀ ਹੈ। ਇਸੇ ਦੇ ਉੱਤੇ ਜਿਹੜੀ ਅੱਜ ਅਸੀਂ ਟਾਕ ਸ਼ੋਅ ਅੱਜ ਅਸੀਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਮੈਡਮ ਨੀਰੂ ਸੋਢੀ ਹੋਣਾ ਨਾਲ ਗੱਲਬਾਤ ਨੂੰ ਸ਼ੁਰੂ ਕਰਾਂਗਾ। ਮੈਮ, ਨਿਊ ਵੂਮਨ ਇੰਪਾਵਰਮੈਂਟ, ਸਭ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਇਹ ਆਪਣੇ ਐਨਜੀਓ ਦਾ ਨਾਮ ਨਿਊ ਵੂਮਨ ਇੰਪਾਵਰਮੈਂਟ ਕਿਉਂ ਰੱਖਿਆ? ਸੈਕੰਡਲੀ ਤੁਹਾਡੇ ਕੀ ਕੰਮ ਜਿਹੜੇ ਤੁਸੀਂ ਇਹਦੇ ਵਿੱਚ ਕਰਦੇ ਹੋ, ਇਹ ਪਲੀਜ਼ ਸਾਡੇ ਨਾਲ ਦੱਸੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮਾਹੀ ਜੀ ਕਹਿ ਰਹੇ ਕਿ ਤੁਸੀਂ ਆਪਣੇ ਐਨਜੀਓ ਦਾ ਨਾਮ ਨਿਊ ਵੂਮਨ ਇੰਪਾਵਰਮੈਂਟ ਕਿਉਂ ਰੱਖਿਆ? ਨਿਊ ਵੂਮਨ ਇੰਪਾਵਰਮੈਂਟ ਮੀਨਸ ਸਾਡੇ ਵਾਸਤੇ ਇੱਕ ਸੀਗਾ ਨਈ ਪੀੜ੍ਹੀ ਨਈ ਸੋਚ। ਅਸੀਂ ਇਸ ਚੀਜ਼ ਨੂੰ ਲੈਂਦੇ ਹੋਏ ਅੱਗੇ ਆਏ ਸੀ ਔਰ ਇਹਦੇ ਵਿੱਚ ਅਸੀਂ ਜੋ ਛੋਟੇ ਦਰਜਿਆਂ ਵੀ ਕਹਿ ਸਕਦੇ ਹਾਂ, ਬਟ ਹੁਨਰ ਜਿਨ੍ਹਾਂ ਦੇ ਵਿੱਚ ਹੁਨਰ ਹੈ ਔਰ ਔਰਤਾਂ ਦੇ ਵਿੱਚ, ਔਰ ਉਹ ਆਪਣੇ ਸਾਥੀ ਨੂੰ ਜਾਂ ਘਰ ਪਰਿਵਾਰ ਨੂੰ ਵਧਾਉਣ ਵਾਸਤੇ ਮਦਦ ਕਰਨਾ ਚਾਹੁੰਦੇ हैं, ਚਾਹੇ ਉਹ ਫੁਲਕਾਰੀ ਹੈ, ਚਾਹੇ ਅਚਾਰ ਹੈ, ਮੁਰੱਬੇ ਹੈ, ਕੁਛ ਵੀ ਪੰਜਾਬੀ ਜੁੱਤੀ ਹੈ। ਅਸੀਂ ਆਪਣੇ ਪੰਜਾਬੀ ਸੰਸਕ੍ਰਿਤੀ ਨੂੰ ਨਾਲ ਲਿਜਾਂਦੇ ਹੋਏ ਔਰ ਘਰ ਨੂੰ ਵੀ ਉਸਨੂੰ ਸਦਸਤਾ ਨੂੰ ਵਧਾਉਣ ਵਾਸਤੇ ਉਸ ਔਰਤਾਂ ਨੂੰ ਆਪਣੇ ਨਾਲ ਜੋੜਿਆ। ਉਹਨਾਂ ਨੂੰ ਆਪਣੇ ਗਰੁੱਪ ਦੇ ਨਾਲ ਇੱਕ ਕਹਿੰਦੇ ਆ ਜਿਵੇਂ ਅਹੁਦੇਦਾਰ ਹੈ, ਜਿਵੇਂ ਰਜਨੀ ਜੀ ਹੈ, ਰੁਚੀ ਜੀ ਹੈ, ਇਹਨਾਂ ਨਾਲ ਅਸੀਂ ਆਪਣੀ ਇੱਕ ਮੀਟਿੰਗ ਕਰਕੇ ਇੱਕ ਸੰਸਥਾ ਨੂੰ ਬਣਾਇਆ ਔਰ ਉਹਦੀ ਸੋਚ ਨੂੰ ਲੈ ਕੇ ਅੱਗੇ ਵਧਦੇ ਹੋਏ ਜੋ ਔਰਤਾਂ ਆਪਣੇ ਘਰ 'ਚ ਥੋੜੀ ਸਸ਼ਕਤ ਨਹੀਂ ਸੀ ਉਹਨਾਂ ਨੂੰ ਸਸ਼ਕਤ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਮ, ਜਿੱਦਾਂ ਤੁਸੀਂ ਹੁਣ ਦੱਸ ਰਹੇ ਹੋ ਕਿ ਤੁਸੀਂ ਸੇਵਾ ਨੂੰ ਲੈ ਕੇ ਚੱਲੇ ਹਨ, ਤੁਸੀਂ ਵੂਮਨਸ ਲਈ ਕੰਮ ਕੀਤਾ, ਉਹਨਾਂ ਨੂੰ ਅਚਾਰ ਮੁਰੱਬੇ ਹੋਰ ਜਿਹੜੇ ਕੰਮ ਕਰਾਏ, ਇਹ ਜਿਹੜਾ ਇੱਕ ਸਿਰਫ ਵੂਮਨਸ ਨੂੰ ਲੈ ਕੇ ਹੀ ਕਿਉਂ? ਵੂਮਨਸ ਨੂੰ ਲੈ ਕੇ ਇਸ ਲਈ ਕਿ ਦੇਖੋ ਜਿਵੇਂ ਕਰੋਨਾ ਕਾਲ ਪਿੱਛੇ ਆਇਆ ਤੇ ਘਰ ਦੇ ਮਾੜੇ ਹਾਲਾਤ ਹੋਏ ਨੇ, ਉਸ ਦੌਰਾਨ ਔਰਤਾਂ ਨੂੰ ਘਰ ਚਲਾਉਣਾ ਔਖਾ ਹੋ ਗਿਆ ਸੀ, ਰਾਸ਼ਨ ਪਾਣੀ ਨੂੰ ਵੀ ਲੋਕੀ ਵੰਡ ਗਏ ਸੀਗੇ ਤੇ ਉਸ ਟਾਈਮ ਤੇ ਇਹੀ ਚੀਜ਼ਾਂ ਕੰਮ ਆਈਆਂ ਕਿ ਘਰੋਂ ਅਚਾਰ ਮੁਰੱਬੇ ਬਣਾ ਕੇ ਵੇਚੇ ਗਏ। ਆਨਲਾਈਨ ਜਿਵੇਂ ਅੱਜ ਕੱਲ੍ਹ ਤਾਂ ਆਨਲਾਈਨ ਬਿਜ਼ਨਸ ਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਜਾ ਰਿਹਾ ਤੇ ਇਸ ਚੀਜ਼ ਨੂੰ ਲੈ ਕੇ ਔਰਤ ਦੇ ਹੱਥ 'ਚ ਪੈਸਾ ਹੋਣਾ, ਆਪਣੀ ਬੱਚਿਆਂ ਵਾਸਤੇ ਆਪਣੀ ਕੁਛ ਉਹਨਾਂ ਦੀ ਸਿੱਖਿਆ ਜੋ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈ ਅੱਜ ਕੱਲ੍ਹ ਦੀ, ਉਸ ਚੀਜ਼ ਨੂੰ ਬਿਹਤਰ ਦੇ ਕੇ ਉਸਨੂੰ ਸਸ਼ਕਤ ਬਣਾਉਂਦੇ, ਆਪਣੇ ਬੱਚਿਆਂ ਨੂੰ ਪੜ੍ਹਾਉਣ, ਆਪ ਨਹੀਂ ਪੜ੍ਹ ਸਕੇ ਤਾਂ ਆਪਣੇ ਹੁਨਰ ਦੇ ਥਰੂ ਕੁਛ ਨਾ ਕੁਛ ਕਰਕੇ ਆਪਣਾ ਘੱਟ ਤੋਂ ਘੱਟ ਪਾਲਣ ਪੋਸ਼ਣ ਕਰ ਸਕਦੇ। ਤੁਸੀਂ ਹੁਣ ਪੜ੍ਹਾਈ ਦੀ ਗੱਲ ਕਰ ਰਹੇ ਸੀਗੇ, ਪੜ੍ਹਾਈ ਨਾਲ ਸੰਬੰਧਿਤ ਮੈਂ ਆਪਣੇ ਦਰਸ਼ਕਾਂ ਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਡਮ ਰਜਨੀ ਭਾਰਗਵ ਜੀ ਇੰਗਲਿਸ਼ ਲੈਕਚਰਰ ਨੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਿੱਪੀ ਪਟਿਆਲਾ ਦੇ ਵੀ। ਮੈਮ, ਤੁਸੀਂ ਨਿਊ ਵੂਮਨ ਇੰਪਾਵਰਮੈਂਟ ਦੇ ਨਾਲ ਇਸ ਤਰ੍ਹਾਂ ਮਤਲਬ ਤੁਸੀਂ ਦੇਖੋ ਨਾਲ ਕੰਮ ਵੀ ਕਰ ਰਹੇ ਹੋ। ਛੋਟੀਆਂ ਜੇ ਆਪਾਂ ਵੂਮਨ ਦੀ ਗੱਲ ਕਰ ਰਹੇ ਹਾਂ ਤਾਂ ਤੁਹਾਡੇ ਕੋਲ ਬਹੁਤ ਸਾਰੀਆਂ ਬੱਚੀਆਂ ਪੜ੍ਹਦੀਆਂ ਵੀ ਹੋਣੀਆਂ ਜਿਹੜੀਆਂ ਕਿ ਸ਼ਾਇਦ 5th ਤੋਂ ਲੈ ਕੇ 12th ਤੱਕ ਹੁੰਦੀਆਂ ਹੈਗੀਆਂ, ਤਾਂ ਤੁਸੀਂ ਇਸ ਗਰੁੱਪ ਨਾਲ ਜੁੜ ਕੇ ਕਿੱਦਾਂ ਆਪਣੀ ਸੇਵਾ ਨਿਭਾ ਰਹੇ ਹੋ? ਜਦੋਂ ਮੈਂ ਇਸ ਗਰੁੱਪ ਨੂੰ ਕੰਮ ਕਰਦੇ ਦੇਖਿਆ ਜੀ, ਇਹ ਬੜਾ ਸੈਲਫਲੈਸ ਸੇਵਾ ਦੀ ਭਾਵਨਾ ਨਾਲ ਅੱਗੇ ਵਧ ਰਹੇ ਸੀ ਤੇ ਮੈਂ ਧੰਨਵਾਦ ਕਰਦੀ ਹਾਂ ਮੀਨੂ ਜੀ ਦਾ ਤੇ ਆਸ਼ਾ ਮੈਡਮ ਦਾ ਜਿਨ੍ਹਾਂ ਨੇ ਮੈਨੂੰ ਇਸ ਗਰੁੱਪ ਨਾਲ ਜੋੜਿਆ। ਤੇ ਸਭ ਤੋਂ ਬੜੀ ਜਿਹੜੀ ਮੈਨੂੰ ਇਸ ਗਰੁੱਪ ਦੀ ਖਾਸੀਅਤ ਲੱਗੀ ਕਿ ਡਿਊਟੀਜ਼ ਆਪਣੀ ਸਮਝ ਕੇ ਸਮਾਜ ਦੇ ਵਿੱਚ ਸੇਵਾ ਦਾ ਸੰਪਰਨ ਲੈ ਕੇ ਜਿਹੜਾ ਇਹ ਮਿਸ਼ਨ ਲੈ ਕੇ ਚੱਲੇ ਨੇ, ਉਹਦੇ ਵਿੱਚ ਅਸੀਂ ਔਰਤਾਂ ਜਿਵੇਂ ਕਿ ਖੂਨਦਾਨ ਕੈਂਪ ਲਗਾਉਣ ਵਾਲੀ ਵੀ ਸਾਡੀ ਹੀ ਐਨਜੀਓ ਸੀ ਕੋਵਿਡ ਦੇ ਦੌਰਾਨ। ਬਿਲਕੁਲ। ਤੇ ਕਈ ਅਸੀਂ ਇਹੋ ਜਿਹੇ ਪ੍ਰੋਜੈਕਟਸ ਲਏ ਨੇ ਜਿਵੇਂ ਗਰੀਬ ਘਰਾਂ ਦੀ ਬੱਚੀਆਂ ਨੂੰ ਸਿਲਾਈ ਕਢਾਈ ਦੇ ਸੈਂਟਰ ਖੋਲ ਕੇ ਦਿੱਤੇ ਗਏ। ਅਸੀਂ ਉਹਨਾਂ ਦੀ ਕੁਝ ਬੱਚੀਆਂ ਦਾ ਅਸੀਂ ਪੂਰੀ ਪੜ੍ਹਾਈ ਦਾ ਬੀੜਾ ਚੁੱਕਿਆ ਤੇ ਕੁਝ ਬੱਚੀਆਂ ਨੂੰ ਅਸੀਂ ਮਹਾਰਤ ਹਾਸਲ ਕਰਨ ਲਈ ਪਾਰਲਰਸ ਦੇ ਵਿੱਚ ਜੋ ਉਹਨਾਂ ਦੀ ਪੈਸ਼ਨ ਸੀਗਾ, ਜੋ ਪ੍ਰੋਫੈਸ਼ਨ ਬਣਾਉਣਾ ਚਾਹੁੰਦੀਆਂ ਸੀ, ਉਹਦੇ ਵਿੱਚ ਉਹਨਾਂ ਨੂੰ ਫਾਈਨੈਂਸ਼ੀਅਲੀ, ਐਕੈਡੈਮਿਕਲੀ ਕੁਝ ਇਸ ਤਰ੍ਹਾਂ ਦੀ ਮਦਦ ਕਰਕੇ
ਸਪੋਰਟ ਕਰਕੇ ਉਹਨਾਂ ਬੱਚੀਆਂ ਨੂੰ ਪੈਰਾਂ ਉੱਤੇ ਖੜਾ ਕਰਨਾ ਹੀ ਸਾਡਾ ਮਿਸ਼ਨ ਹੈ। ਕਿ ਤੁਹਾਡਾ ਮਿਸ਼ਨ ਬਹੁਤ ਵਧੀਆ ਹੈ। ਮੈਮ ਜਦੋਂ ਤੁਸੀਂ ਗੱਲ ਕਰ ਰਹੇ ਕਿ ਤੁਸੀਂ ਉਹ ਬੱਚਿਆਂ ਨੂੰ ਫਾਈਂਡ ਕਰ ਜਿਨ੍ਹਾਂ ਨੂੰ ਕੀ ਜ਼ਰੂਰਤ ਹਾਂਜੀ। ਹੁੰਦੀ ਹੈ, ਤੁਸੀਂ ਕੀ ਸੋਚ ਨੇ ਤੁਹਾਡੇ, ਜਾਂ ਉਹ ਤੁਹਾਡੇ ਤੱਕ ਕਿੱਦਾਂ, ਮਤਲਬ ਜਿਵੇਂ ਸਾਡੇ ਕੋਲ ਸੁਣ ਵੀ ਰਿਹਾ ਜਾਂ ਕਿਸੇ ਨੂੰ ਜ਼ਰੂਰਤ ਹੈ, ਉਹ ਤੁਹਾਡੇ ਤੱਕ ਕਿੱਦਾਂ ਅਪਰੋਚ ਕਰ ਸਕਦੇ, ਜਾਂ ਤੁਸੀਂ ਕਿਸੇ ਤੱਕ ਕਿਸ ਤਰ੍ਹਾਂ ਅਪਰੋਚ ਕਰਦੇ? ਐਕਚੁਅਲੀ ਅਪਰੋਚ ਕਰਨਾ ਬਿਲਕੁਲ ਵੀ ਮੁਸ਼ਕਿਲ ਨਹੀਂ ਹੈ। ਅੱਜ ਕੱਲ੍ਹ ਜਿਵੇਂ ਕਿ ਸਾਡੇ ਨੀਰੂ ਮੈਡਮ ਨੇ ਦੱਸਿਆ ਕਿ ਆਨਲਾਈਨ ਹੋ ਚੁੱਕਿਆ ਹੈ, ਤੇ ਸੋਸ਼ਲ ਮੀਡੀਆ ਤੇ ਜਾਂ ਫੇਸਬੁੱਕ ਤੇ ਹੁਣ ਇੱਕ ਚੇਨ ਰਿਐਕਸ਼ਨ ਬਣ ਗਿਆ ਇੱਕ ਤਰ੍ਹਾਂ ਦਾ, ਤੇ ਬੱਚਿਆਂ ਨੂੰ ਪਤਾ ਵੀ ਲੱਗ ਜਾਂਦਾ ਹੈ। ਕਹਿੰਦੇ ਹਨ ਨਾ, ਗੁਲਾਬ ਦੀ ਖੁਸ਼ਬੂ ਕਿਤੇ ਲੁਕੀ ਨਹੀਂ ਰਹਿ ਸਕਦੀ, ਤੇ ਉਹ ਬੱਚਿਆਂ ਤੱਕ ਪਹੁੰਚ ਜਾਂਦੀ ਹੈ। ਤੇ ਬੱਚੇ ਜਦੋਂ ਵੀ ਆਉਂਦੇ ਨੇ ਸਾਡੇ ਕੋਲ, ਅਸੀਂ ਖਿੜੇ ਮੱਥੇ ਨਾਲ ਉਹ ਕੁੜੀਆਂ ਦਾ ਕੋਈ ਵੀ ਪ੍ਰੋਬਲਮ ਨਹੀਂ ਰਹਿ ਦਿੰਦੇ, ਚਾਹੇ ਉਹ ਬੱਚੀਆਂ ਪ੍ਰੋਫੈਸ਼ਨਲੀ, ਐਕੈਡੈਮਿਕਲੀ, ਜਾਂ ਬੱਚਿਆਂ ਦੀ ਕੋਈ ਜੇ ਡੋਮੈਸਟਿਕ ਪ੍ਰੋਬਲਮ, ਈਵਨ ਵਾਇਲੈਂਸ ਦੀ, ਜੇ ਕੋਈ ਵਾਇਲੈਂਸ ਦੇ ਕੇਸਿਸ ਵੀ ਸਾਡੇ ਕੋਲ ਆਉਂਦੇ ਨੇ, ਜਿਹੜੇ ਕਿ ਅਸੀਂ ਪੂਰੀ ਤਰ੍ਹਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇ ਹੁਣ ਗੱਲਬਾਤ ਕਰਦੇ ਹਾਂ ਮੈਮ ਰੁਚੀ ਨਰੂਲਾ ਜੀ ਨਾਲ। ਮੈਮ ਤੁਸੀਂ ਐਡੇ ਵੱਡੇ ਮੁਕਾਮ ਤੇ, ਤੁਸੀਂ ਐਡਾ ਵੱਡਾ ਖਿਤਾਬ ਜਿੱਤਿਆ, ਪੂਰੇ ਪਟਿਆਲੇ ਸ਼ਹਿਰ ਦੀਆਂ ਜਿਹੜੀਆਂ ਵੂਮਨਸ ਨੇ ਉਹਨਾਂ ਦੇ ਲਈ ਤੁਸੀਂ ਇੱਕ ਰੋਲ ਮਾਡਲ ਬਣੇ। ਉਹਦੇ ਬਾਵਜੂਦ ਤੁਸੀਂ ਮਤਲਬ ਇੰਨਾ ਤੁਹਾਡੇ ਕੋਲ ਨੇਮ ਫੇਮ ਸੀ ਸਾਰਾ ਕੁਝ, ਤੇ ਤੁਸੀਂ ਨਿਊ ਵੂਮਨ ਇੰਪਾਵਰਮੈਂਟ ਦੇ ਨਾਲ ਕਿਸ ਤਰ੍ਹਾਂ ਜੁੜੇ? ਦੇਖੋ ਕਹਿੰਦੇ ਨੇ ਕਿ ਇੱਕ ਨੇਮ ਫੇਮ ਆਣਾ ਜਾਣਾ ਹੈ, ਲੇਕਿਨ ਬੇਸਿਕਲੀ ਅਸੀਂ ਇੱਕ ਵੂਮਨ ਆ, ਠੀਕ ਹੈ। ਇੱਕ ਮੈਂ ਹੋਮ ਮੇਕਰ ਹਾਂ ਜਿਵੇਂ, ਤੇ ਉਸ ਨਾਲ ਉਹਨੂੰ ਬੈਲੈਂਸ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਕਿ ਅਗਰ ਤੁਸੀਂ ਵਰਕਿੰਗ ਲੇਡੀ ਹੋ, ਸੋਸ਼ਲ ਐਕਟੀਵਿਟੀਜ਼ ਕਿਵੇਂ ਕਰਨੀ ਹੈ। ਅਗਰ ਮੈਂ ਫੈਸ਼ਨ ਫੀਲਡ ਵਿੱਚ ਚਲੀ ਗਈ, ਜ਼ਰੂਰੀ ਨਹੀਂ ਕਿ ਅਸੀਂ ਮਾਡਲਿੰਗ ਹੀ ਕਰਦੇ ਰਹਿਣਾ ਹੈ, ਸ਼ੋਜ਼ ਕਰਨੇ ਹੈ। ਅਸੀਂ ਉਹਨਾਂ ਦੇ ਨਾਲ ਉਹਨੂੰ ਕਿਵੇਂ ਬੈਲੈਂਸ ਕਰਾਂਗੇ, ਆਪਣੀ ਸੋਸਾਇਟੀ ਨੂੰ ਅੱਗੇ ਵਧਾ ਕੇ। ਸਮਾਜ ਸੇਵਾ ਨਾਲ ਕੀ ਹੈ ਕਿ ਕਿਸੇ ਐਮਪਾਵਰਮੈਂਟ ਨਾਲ ਜੁੜਨਾ, ਵੂਮਨ ਐਮਪਾਵਰਮੈਂਟ ਨਾਲ ਕਿਸੇ ਸੋਸ਼ਲ ਮੀਨਸ ਫੀਲਡ ਵਿੱਚ ਜੁੜ ਕੇ ਅੱਗੇ ਵਧਿਆ ਜਾ ਸਕਦਾ ਹੈ। ਤੇ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਕਿ ਮੀਰੂ ਜੀ ਨਾਲ ਤੇ ਰਜਨੀ ਮੈਮ ਜਿਵੇਂ ਹੋਰ ਵੀ ਸਾਡੇ ਟੀਮ ਮੈਂਬਰਸ ਹੈ, ਈਵਨ ਮੇਲ ਮੈਂਬਰਸ ਵੀ ਸਾਡੇ ਨਾਲ ਕਾਫੀ ਜ਼ਿਆਦਾ ਅਟੈਚ ਹੈ। ਜਿਸ ਤਰ੍ਹਾਂ ਮੈਡਮ ਗੱਲ ਕਰ ਰਹੇ ਸੀ ਵੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਲੜਕੀਆਂ, ਜਿਹੜੀਆਂ ਮਹਿਲਾਵਾਂ ਨੇ ਤੁਹਾਡੇ ਤੱਕ ਅਪਰੋਚ ਕਰਦੀਆਂ ਨੇ, ਕਿਸੇ ਦਾ ਕੀਤਾ ਹੁੰਦਾ ਕਿ ਉਹ ਅਚਾਰਾਂ ਦੇ ਵਿੱਚ ਐਕਸਪਰਟ ਨੇ, ਕੋਈ ਪਾਰਲਰ ਦੇ ਵਿੱਚ ਹੈਗੇ, ਤੁਸੀਂ ਵੀ ਇਦਾਂ ਦੀ ਨਾਲ ਉਹਨਾਂ ਦੇ ਨਾਲ ਕੋਈ ਹੈਲਪ ਕਰਾਉਂਦੇ ਹੋ ਵੀ ਜਿਹੜੀ ਜਿੱਦਾਂ ਕਿ ਬਿਊਟੀਸ਼ੀਅਨ ਜਿਹੜੀਆਂ ਬਣਨਾ ਚਾਹੁੰਦੀਆਂ ਨੇ ਜਾਂ ਕੁਛ? ਬਿਲਕੁਲ। ਹੁਣ ਜਿਵੇਂ ਮੈਂ ਦੱਸਿਆ ਸੀ ਕਿ ਮੈਂ ਹੋਮ ਮੇਕਰ ਹਾਂ, ਹੁਣ 1-2 ਸਾਲ ਤੋਂ ਜਿਵੇਂ ਕਿ ਕਹਿੰਦੇ ਆ ਕਿ ਅਸੀਂ ਸੋਸ਼ਲ ਫੀਲਡ ਵਿੱਚ ਜੁੜਦੇ ਹਾਂ, ਸੋਸ਼ਲ ਵਰਕ ਕਰਦੇ ਹਾਂ। ਅਗਰ ਅਸੀਂ ਦੂਸਰਿਆਂ ਨੂੰ ਇੰਸਪੀਰੇਸ਼ਨ ਦੇ ਰਹੇ ਹਾਂ ਤੇ ਖੁਦ ਵੀ ਉਹੀ ਚੀਜ਼ ਅਪਣਾਉਂਦੇ ਵੀ ਹਾਂ। ਹੁਣ ਮੈਂ ਇੱਕ ਬੁਟੀਕ ਵੀ ਚਲਾ ਰਹੀ ਹਾਂ। ਹੁਣ ਜਦ ਬੱਚੇ ਸਾਡੇ ਕੋਲ ਕੁਝ ਸਿੱਖਣ ਆਉਂਦੇ ਆ, ਉਹਨਾਂ ਨੂੰ ਅਸੀਂ ਸਿਲਾਈ ਸੈਂਟਰ ਵੀ ਖੋਲ੍ਹ ਕੇ ਦਿੱਤੇ ਆ, ਜਿਵੇਂ ਮੀਰੂ ਮੈਮ ਨੇ ਦੱਸਿਆ ਸੀ। ਤੇ ਉਹ ਚੀਜ਼ਾਂ ਅੱਗੇ ਦਿਨ ਬ ਦਿਨ ਵੱਧਦੀਆਂ ਹੀ ਜਾ ਰਹੀਆਂ ਕਿ ਅਸੀਂ ਇੱਕ ਲੇਡੀ ਤੋਂ ਅਗਲੀ ਲੇਡੀ, ਅਗਲੀ ਲੇਡੀ ਤੋਂ ਅਗਲੀ, ਇੱਕ ਚੇਨ ਬਣਾ ਰਹੇ ਹਾਂ, ਇੱਕ ਵੈਬ ਬਣ ਰਹੀ ਹੈ। ਹੁਣ ਜਿਵੇਂ ਸਾਡੇ ਹੈਂਡਵਰਕ ਦਾ ਕੰਮ ਹੈ, ਪੰਜਾਬੀ ਜੁੱਤੀਸ ਦਾ, ਅਸੀਂ ਜਿਹੜੀ ਲੇਡੀਜ਼ ਘਰ ਬੈਠ ਕੇ ਮੇਨ ਜੁੱਤੀਸ ਕਿਸ ਲਈ ਫੇਮਸ ਹੁੰਦੀ ਹੈ, ਹੈਂਡਵਰਕ, ਉਹ ਕਰਦਾ ਕੌਣ ਹੈ? ਇੱਕ ਲੇਡੀ। ਇੱਕ ਲੇਡੀਜ਼ ਜਿਹੜੀਆਂ ਉਹਨਾਂ ਦੇ ਇੱਕ ਜਿਹੜਾ ਨੈਟਵਰਕ ਹੈ, ਉਹ ਲੇਡੀਜ਼ ਅੰਦਰ ਬੈਠ ਕੇ ਜਿਹੜਾ ਕੰਮ ਕਰਦੀਆਂ, ਉਹ ਸਾਡੀ ਐਮਪਾਵਰਮੈਂਟ ਹੈ, ਉਹ ਪ੍ਰਮੋਟ ਕਰਦੀ ਹੈ ਕਿ ਹੈਂਡਵਰਕ। ਸਾਡੇ ਪਟਿਆਲੇ ਵਿੱਚ ਹੈਂਡਵਰਕ ਨੂੰ ਜਿਵੇਂ ਪ੍ਰਮੋਟ ਕਰਦੇ, ਹੈਰੀਟੇਜ ਵੀ ਹੈ। ਤਾਂ ਉਹ ਚੀਜ਼ਾਂ ਅੱਛੀਆਂ ਲੱਗਦੀਆਂ ਕਿ ਅਸੀਂ ਇਹਨਾਂ ਲੇਡੀਜ਼ ਦੇ ਥਰੂ, ਜਿਨ੍ਹਾਂ ਨੂੰ ਆਪਣੇ ਪੈਸ਼ਨ ਦੀ ਮੀਨਸ ਨੌਲੇਜ ਹੀ ਨਹੀਂ ਹੈ ਕਿ ਉਹ ਕਰ ਕੀ ਰਹੇ ਹੈ, ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਕਿ ਹੈਂਡਵਰਕ ਵੀ ਪ੍ਰਮੋਟ ਹੁੰਦਾ ਹੈ, ਆਪਣਾ ਹੈਰੀਟੇਜ ਵੀ ਸੇਫ ਰਹਿੰਦਾ ਹੈ, ਤੇ ਇੱਕ ਲੇਡੀਜ਼ ਨੂੰ ਕੰਮ ਮਿਲਦਾ ਹੈ। ਇਹ ਇੱਕ ਸੰਸਥਾ ਦੇ ਜੁੜ ਕੇ ਹੀ ਕੀਤਾ ਜਾ ਸਕਦਾ। ਮੈਨੂੰ ਮੈਮ ਜਿੱਦਾਂ ਕਿ ਮੈਂ ਦੇਖਿਆ ਤੁਹਾਡੇ ਨਾਲ, ਦੇਖੋ ਬਹੁਤ ਸੋਲਿਡ ਹੋਏ ਮੈਡਮ ਜੀ ਜੁੜੇ ਹੋਏ ਨੇ, ਮੈਡਮ ਰਜਨੀ ਜੁੜੇ ਹੋਏ ਨੇ, ਇੱਦਾਂ ਦੇ ਹੋਰ ਕਿਹੜੇ ਮੈਂਬਰ ਹੈ ਜਿਹੜੇ ਤੁਹਾਡੇ ਨਾਲ ਮਿਲ ਕੇ ਜਿਹੜੀ ਇਸ ਐਨਜੀਓ 'ਚ ਤੁਹਾਡੀ ਹੈਲਪ ਕਰ ਰਹੇ ਨੇ? ਦੇਖੋ ਜੀ, ਇੰਟਰਨੈਸ਼ਨਲ ਵੂਮਨ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਅੱਜ, ਮਤਲਬ ਕਿ ਸਾਨੂੰ 4 ਸਾਲ ਹੋ ਗਏ ਸਾਡੇ ਐਨਜੀਓ ਨੂੰ। ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਮੇਲ ਮੈਂਬਰਸ ਵੀ, ਦੇਖੋ ਜੈਂਡਰ ਇਕੁਐਲਿਟੀ ਦੀ ਗੱਲ ਜੈਂਡਰ ਇਕੁਐਲਿਟੀ ਤੇ ਹਰਪ੍ਰੀਤ ਸੰਧੂ ਸਰ ਤੇ ਸੰਜੇ ਜੁੰਦਲ ਸਰ, ਇਹ ਸਾਡੇ ਸ਼ੁਰੂ ਤੋਂ ਐਨਜੀਓ ਤੋਂ ਜੁੜੇ, ਜਿਨ੍ਹਾਂ ਨੇ ਸਾਡੇ ਇੱਕ ਐਨਜੀਓ ਨੂੰ ਨਵਾਂ ਰਾਹ ਦਿੱਤਾ। ਕਿਉਂਕਿ ਅਸੀਂ ਹੋਮ ਮੇਕਰ ਸੀਗੇ, ਜਿਵੇਂ ਮੈਂ ਕਹਿੰਦੀ ਹਾਂ, ਜਿਵੇਂ ਰਜਨੀ ਮੈਮ ਇੱਕ ਇੰਗਲਿਸ਼ ਲੈਕਚਰਰ ਹੈ, ਇਹਨਾਂ ਨੇ ਸਾਨੂੰ ਉਹਨਾਂ ਨੇ ਸਾਡੇ ਉਸ ਨੂੰ ਇੱਕ ਬੇਸਿਕ ਨੌਲੇਜ ਦਿੱਤੀ ਕਿ ਇਸ ਨੂੰ ਕਿਸ ਮੋੜ ਤੇ ਲੈ ਕੇ ਜਾਣਾ ਹੈ, ਇਸ ਨੂੰ ਕਿਸ ਤਰ੍ਹਾਂ ਸਟੇਬਲ ਕਰਨਾ ਹੈ ਐਨਜੀਓ ਨੂੰ। ਤੇ ਮੈਂ ਕਹਿੰਦੀ ਹਾਂ 10 ਮੈਂਬਰਸ ਵੀ ਚਾਹੇ ਹੈਗੇ ਨੇ, ਪਰ ਉਹਨਾਂ ਦੀ ਆਪਣੀ ਆਈਡੈਂਟੀਟੀ ਔਰ ਇੰਡੀਵਿਜੂਅਲਿਟੀ ਹੈ, ਆਈਡੈਂਟੀਟੀ ਹੈ, ਔਰ ਉਸ ਦੇ ਨਾਲ ਗਰੁੱਪ ਬਹੁਤ ਸਸ਼ਕਤ ਬਣਦਾ। ਚਾਹੇ ਅਲਕਾ ਜੀ ਹੈ, और चाहे उसके बाद राजेंद्र सोडी मैम है SMO, फिर चाहे वो डॉक्टर गुरुदेश है, अनीता प्रीत जी हैं, तो इस तरह चाहे सिर्फ एक एक करके अपने अपनी सब एक लड़ करता है और ग्रुप में बड़े अच्छे तरीके नाल एक दूसरे की सहमति के नाल चलते हुए चलते। और खुशी की गल है कि सब अपनी जॉइंट फैमिली सपोर्ट के नाल पंजाबी संस्कृति को लेंदे हुए जाना। मैम जिदा कि मैडम ने
ਸਮੇਂ ਇੰਟਰਨੈਸ਼ਨਲ ਡੇ ਦੀ ਗੱਲ ਕੀਤੀ ਜੀ ਤੇ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਦੱਸੋ ਕਿ ਇਹ ਕਿਉਂ ਮਨਾਇਆ ਜਾਂਦਾ ਇੰਟਰਨੈਸ਼ਨਲ ਵੂਮਨਸ ਡੇ ਐਕਚੁਅਲੀ ਇਹ ਗੁਰੂ ਸਾਹਿਬ ਨੇ 16ਵੀਂ ਸਦੀ 'ਚ ਗੱਲ ਕੀਤੀ ਜਦੋਂ ਔਰਤਾਂ ਤੇ ਬਹੁਤ ਅਤਿਆਚਾਰ ਹੋ ਰਿਹਾ ਸੀ। ਬਾਬਾ ਨਾਨਕ ਹੀ ਸੀ ਜਿਨ੍ਹਾਂ ਨੇ ਔਰਤ ਨੂੰ ਜਗਾਉਣ ਦਾ ਬੀੜਾ ਚੱਕਿਆ ਤੇ ਉਹਨਾਂ ਨੇ ਗੁਰਬਾਣੀ 'ਚ ਵੀ ਲਿਖਿਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਤੇ ਉਹ ਔਰਤ ਜਿਹੜੀ ਸਾਰੇ ਸਮਾਜ ਨੂੰ ਚਲਾ ਰਹੀ ਹੈ, ਸਾਰੇ ਸੰਸਾਰ ਨੂੰ ਚਲਾ ਰਹੀ ਹੈ ਤੇ ਅਸੀਂ ਭੁੱਲ ਜਾਂਦੇ ਹਾਂ ਕਿ ਉਹੀ ਮਾਂ ਹੈ, ਉਹੀ ਜਨਨੀ ਹੈ ਜਿਹਦੇ ਨਾਲ ਇਹ ਸੰਸਾਰ ਚੱਲ ਰਿਹਾ ਹੈ। ਤੇ ਵੈਸੇ ਵੀ ਸ਼ਾਸਤਰਾਂ 'ਚ ਲਿਖਿਆ ਗਿਆ ਹੈ ਕਿ ਜਿਸ ਘਰ 'ਚ ਔਰਤ ਦੀ ਇੱਜ਼ਤ ਹੈ ਉਹ ਘਰ ਹਮੇਸ਼ਾ ਤਰੱਕੀ ਦੇ ਰਾਹ ਤੇ ਰਹੇਗਾ। ਤੇ ਅੱਜ ਨਿਊ ਵੂਮਨ ਐਮਪਾਵਰਮੈਂਟ ਦੇ ਮੌਕੇ ਤੇ ਮੈਂ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਅੱਜ ਦੀ ਔਰਤ ਕਿਸੇ ਦੇ ਅਧੀਨ ਨਹੀਂ ਹੈ। ਅੱਜ ਦੀ ਔਰਤ ਪੂਰੀ ਤਰ੍ਹਾਂ ਸਸ਼ਕਤ ਹੈ, ਐਜੂਕੇਟਿਡ ਹੈ, ਕੌਨਫੀਡੈਂਟ ਹੈ। ਤੇ ਜੇ ਤੁਸੀਂ ਥੋੜਾ ਜਿਹਾ ਔਰਤ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਥੋੜੀ ਜਿਹੀ ਹੈਲਪ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਔਰਤ ਕੁਝ ਵੀ ਬਣਨ ਦਾ ਹੌਸਲਾ ਰੱਖਦੀ ਹੈ। ਆਓ ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ ਜਿਸ ਵਿੱਚ ਜੈਂਡਰ ਇਕੁਐਲਿਟੀ ਹੋਵੇ, ਔਰਤ ਦੀ ਇੱਜ਼ਤ ਹੋਵੇ, ਪਿਆਰ ਮਿਲੇ। ਸਾਡੀਆਂ ਭਾਰਤੀਆਂ ਕੁੜੀਆਂ ਵੀ ਬੇਖੌਫ ਹੋ ਕੇ ਦਿਨ ਰਾਤ ਅੰਦਰ ਬਾਹਰ ਹੋ ਸਕਣ, ਉਹਨਾਂ ਨੂੰ ਹਮੇਸ਼ਾ ਮੋਟੀਵੇਸ਼ਨ ਹੀ ਮਿਲੇ, ਕੁੜੀਆਂ ਨੂੰ ਡੀਮੋਟੀਵੇਟ ਨਾ ਕੀਤਾ ਜਾਏ। ਇਹੀ ਸਾਡਾ ਨਿਊ ਵੂਮਨ ਐਮਪਾਵਰਮੈਂਟ ਦਾ ਅਸਲੀ ਅੱਜ ਸੱਦਾ ਹੈ ਸਾਰੇ ਸਮਾਜ ਨੂੰ। ਮੈਮ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਤੁਸੀਂ ਬਹੁਤ ਵਧੀਆ ਮੈਸੇਜ ਜੀ ਅੱਜ ਜਿੱਦਾਂ ਕਿ ਅੱਜ ਦੀ ਆਪਾਂ ਗੱਲ ਕਰੀਏ ਅੱਜ ਬਹੁਤ ਜਿਹੜੀ ਮਤਲਬ ਇਸ ਵੇਲੇ ਵਰਲਡ ਦੇ ਵਿੱਚ ਬਹੁਤ ਵੱਡੀ ਕਾਫਤ ਆਈ ਹੋਈ ਹੈ, ਯਾਨੀ ਕਿ ਯੂਕਰੇਨ ਔਰ ਰਸ਼ੀਆ ਦੀ ਜਿਹੜੀ ਲੜਾਈ ਚੱਲ ਰਹੀ ਹੈ। ਉੱਥੇ ਵੀ ਬਹੁਤ ਸਾਰੀਆਂ ਮਹਿਲਾਵਾਂ ਨੇ ਜਿਹੜੀਆਂ ਕਿ ਇੰਡੀਆ ਤੋਂ ਗਈਆਂ ਹੋਈਆਂ, ਕੁੜੀਆਂ ਜ਼ਿਆਦਾ ਕੁੜੀਆਂ ਗਈਆਂ ਹੋਈਆਂ ਤੇ ਉਸ ਤੋਂ ਇਲਾਵਾ ਯੂਕਰੇਨ ਦੀਆਂ ਆਪਣੀਆਂ ਉੱਥੇ ਲੇਡੀਜ਼ ਬਹੁਤ ਨੇ, ਠੀਕ ਹੈ, ਦੂਜਾ ਮੁਲਕ ਉਹਨਾਂ ਦੇ ਉੱਤੇ ਅਟੈਕ ਕਰ ਰਿਹਾ। ਤੁਸੀਂ ਉੱਥੇ ਜਿਹੜੀਆਂ ਮਹਿਲਾਵਾਂ ਰਹਿੰਦੀਆਂ ਉਹਨਾਂ ਬਾਰੇ ਉਹਨਾਂ ਨੂੰ ਮੈਸੇਜ ਹੈ ਕਿ ਕੋਈ ਗੱਲ ਨਹੀਂ, ਇਹ ਵੀ ਜਿਵੇਂ ਕੋਵਿਡ ਆਇਆ ਚਲਾ ਗਿਆ, ਆਲਮੋਸਟ ਔਨ ਦਾ ਵਰਜ ਆਫ ਕਨਕਲੂਜਨ ਹੈ, ਐਵੇਂ ਇਹ ਘੜੀ ਵੀ ਟਲ ਜਾਏਗੀ। ਹੌਸਲਾ ਰੱਖੋ ਔਰ ਇੱਕ ਚੀਜ਼ ਜਿਹੜੀ ਦਿਮਾਗ 'ਚ ਹੈ ਕਿ ਪੋਜ਼ਿਟਿਵ ਹੋ ਕੇ ਰਹੋ। ਜੇ ਉਹ ਨਹੀਂ ਰਿਹਾ ਤਾਂ ਇਹ ਵੀ ਨਹੀਂ ਰਹੇਗਾ ਔਰ ਇੱਕ ਦਿਨ ਆਏਗਾ ਜਦੋਂ ਸਾਰਾ ਸੰਸਾਰ ਖੁਸ਼ੀ ਨਾਲ ਜਗਮਗਾਏਗਾ, ਜਿਸ ਵਿੱਚ ਸਾਰਾ ਪਿਆਰ ਔਰ ਮੁਹੱਬਤ ਦਾ ਸਾਰਾ ਰਾਫਤਾ ਹੋਏਗਾ। ਤੇ ਇਹ ਲੜਾਈ ਤਾਂ ਕਿਸੇ ਵੀ ਚੀਜ਼ ਦਾ ਸੋਲੂਸ਼ਨ ਕਦੇ ਵੀ ਨਹੀਂ ਹੋਈ। ਕਿਉਂ ਨਾ ਆਪਾਂ ਸੰਸਾਰ ਦੇ ਵਿੱਚ ਮਿਲ ਕੇ ਰਹੀਏ ਤਾਂ ਜੋ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ। ਮੈਮ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ, ਮੇਰਾ ਮੈਸੇਜ ਹੈ ਯੂਨਿਟੀ। ਏਕਤਾ ਨਾਲ ਹੀ ਜਿੱਤਿਆ ਜਾ ਸਕਦਾ ਹੈ। ਜਿਹੜੀ ਵੀ ਕੋਈ ਪ੍ਰੋਬਲਮ ਆਉਂਦੀ ਹੈ ਉਹਨੂੰ ਸਾਨੂੰ ਮਿਲ ਕੇ ਸੋਲਵ ਕਰਨਾ ਹੈ। ਉਸ ਵਕਤ ਤੁਸੀਂ ਡਰਨਾ ਨਹੀਂ ਹੈ। ਹਰ ਕਿਸੇ ਤੇ ਔਖਾ ਟਾਈਮ ਆਉਂਦਾ ਹੈ, ਉਹ ਚਲਾ ਵੀ ਜਾਏਗਾ, ਲੇਕਿਨ ਅਗਰ ਇੱਕ ਦੂਜੇ ਦਾ ਸਾਥ ਦੇ ਕੇ ਹੱਥ 'ਚ ਹੱਥ ਪਕੜ ਕੇ ਇੱਕ ਦੂਜੇ ਨੂੰ ਜਾਵਾਂਗੇ ਤਾਂ ਇਹ ਚੀਜ਼ ਜਲਦੀ ਸੋਲਵ ਹੋ ਜਾਏਗੀ। ਪੋਜ਼ਿਟਿਵ ਰਹੋ ਤੇ ਪੋਜ਼ਿਟਿਵ ਹੀ ਕਰੋ। ਇੱਕ ਜਿਹੜਾ ਸਪੈਸ਼ਲ ਮੈਸੇਜ ਹੈ ਅੱਜ ਸਾਡਾ ਨਿਊ ਵੂਮਨ एम्पावरमेंट ਵੱਲੋਂ ਸਮਾਜ ਨੂੰ, ਮੁਸ਼ਕਿਲੋं से कह दो उलझा ना करे हमसे। ये स्पेशल औरतां ਨੂੰ ਲੈ ਕੇ ਹੈ। मुश्किलों से कह दो उलझा ना करे हमसे, हमें हर हाल में जीने का हुनर आता है, हमें हर हाल में जीने का हुनर आता है। ਤੇ ਜਿਨ੍ਹਾਂ ਤੋਂ ਸ਼ੁਰੂਆਤ ਕੀਤੀ ਸੀ ਫਿਰ ਉਹਨਾਂ ਵੱਲ ਚੱਲਦੇ ਹਾਂ। ਮੈਮ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਵੂਮਨ ਡੇਜ਼ ਦੇ ਉੱਤੇ, ਪਲੱਸ ਜਿਹੜਾ ਯੂਕਰੇਨ ਦੇ ਵਿੱਚ ਬੱਚੀਆਂ ਫਸੀਆਂ ਹੋਈਆਂ ਜਾਂ ਮਹਿਲਾਵਾਂ ਜਿਹੜੀਆਂ ਫਸੀਆਂ ਹੋਈਆਂ ਯੂਕਰੇਨ ਦੇ ਵਿੱਚ ਜੋ ਹਾਦਸਾ ਹੈ, ਜੋ ਵੀ ਤਰਾਸਦੀ ਚੱਲ ਰਹੀ ਹੈ, ਉਸ ਦਾ ਬਹੁਤ ਦੁੱਖ ਵੀ ਲੱਗਦਾ ਹੈ। ਕੁਛ ਤਾਂ ਕੁਛ ਕਰ ਨਹੀਂ ਸਕਦੇ ਜਾਂ ਅਸੀਂ ਮੈਨੂੰ ਲੱਗਦਾ ਹੌਸਲਾ ਨਹੀਂ ਛੱਡਣਾ ਚਾਹੀਦਾ। ਜੋ ਸਭ ਤੋਂ ਵੱਡੀ ਅੱਛੀ ਚੀਜ਼ ਹੈ ਜਿਹੜੀ ਮੈਨੂੰ ਲੱਗਦਾ ਕਿ ਕੌਨਫੀਡੈਂਸ, ਹੌਸਲਾ, ਕਿਉਂਕਿ ਹੌਸਲਾ ਛੱਡ ਤਾਂ ਕਦੇ ਔਰ ਵੈਸੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਾਫੀ ਬੱਚਿਆਂ ਨੂੰ ਲਿਆਇਆ ਵੀ ਗਿਆ ਹੈ ਤੇ ਮੈਨੂੰ ਲੱਗਦਾ ਕਿ ਗੁਰਦੁਆਰਿਆਂ ਦੇ ਵਿੱਚ ਵੀ ਹੁਣ ਤਾਂ ਸਟੇ ਵਗੈਰਾ ਉਹਨਾਂ ਦਾ ਬੱਚਿਆਂ ਦਾ ਪੂਰਾ ਦਾ ਕਰਵਾਇਆ ਕਾਲਜ ਦੇ ਵਿੱਚ। ਤੇ ਮੈਨੂੰ ਲੱਗਦਾ ਕਿ ਸੁੱਖ ਦੀ ਘੜੀ ਆ ਜਾਏਗੀ, ਇਹ ਵਕਤ ਵੀ ਟਲ ਜਾਏਗਾ ਤੇ ਸਾਨੂੰ ਬਸ ਅੱਛੇ ਪਲ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਔਰ सोचना चाहिए कि शांति भी आएगी, खुशियां तो तरह मौसम जाएगा ਤੇ ਸਾਡਾ ਪੰਜਾਬੀ ਭਾਈਚਾਰਾ ਉੱਥੇ ਵੀ ਪਹੁੰਚਿਆ ਹੋਇਆ ਜੀ ਅੰਨ ਪਾਣੀ ਲੈ ਕੇ, ਤੇ ਉੱਥੇ ਵੀ ਸੇਵਾ ਤੇ ਪੂਰੇ ਸੰਪਰਨ ਨਾਲ ਉਹ ਉਹਨਾਂ ਦੀ ਸੇਵਾ ਕਰ ਰਹੇ ਨੇ, ਇਸ ਉਮੀਦ ਨਾਲ ਕਿ ਇਟ ਵਿਲ ਓਵਰਕਮ ਵਨ ਡੇ। ਤੇ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਵੂਮਨ ਡੇਜ਼ ਦੇ ਉੱਤੇ ਇਸ ਵਾਰ ਕੋਸ਼ਿਸ਼ ਕੀਤੀ ਜਾਏ, ਖਾਸ ਕਰਕੇ ਜਿਹੜੀਆਂ ਕਿ
ਭੈਣਾਂ ਸੁਣ ਰਹੀਆਂ ਜਾਂ ਮਾਤਾਵਾਂ ਸੁਣ ਰਹੀਆਂ, ਕਿਹਾ ਜਾਂਦਾ ਹੈ ਕਿ ਇੱਕ ਕਹਾਵਤ ਕਹੀ ਜਾਂਦੀ ਕਿ ਵੀ ਜਿਹੜੀ ਔਰਤ ਦੀ ਅਰਦਾਸ ਹੈ ਉਹ ਰੱਬ ਪਹਿਲਾਂ ਸੁਣਦਾ। ਤੇ ਵੂਮਨ ਡੇਜ਼ ਮਨਾਉਣ ਦਾ ਇਸ ਵੇਲੇ ਸਭ ਤੋਂ ਬੈਸਟ ਤਰੀਕਾ ਹੀ ਹੈ ਕਿ ਆਪਾਂ ਸਾਰੇ ਯੂਕਰੇਨ ਦੇ ਲਈ ਅਰਦਾਸ ਕਰੀਏ ਕਿ ਜਿਹੜਾ ਇਹ ਉਹਦੇ ਤੇ ਇਸ ਵੇਲੇ ਟਾਈਮ ਹੈ, ਪੂਰੀ ਮਨੁੱਖਤਾ ਦੇ ਉੱਤੇ ਜਿਹੜਾ ਮਾੜਾ ਟਾਈਮ ਹੈ ਉਹ ਜਿਹੜਾ ਹੈਗਾ ਇਸ ਵੇਲੇ ਜਿਹੜਾ ਉਹ ਟਲ ਜਾਵੇ। ਤੇ ਕੋਈ ਹੋਰ ਮੈਡਮ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋਗੇ? ਅਸੀਂ ਇਸ ਵਾਰ ਵੂਮਨ ਇੰਟਰਨੈਸ਼ਨਲ ਵੂਮਨ ਡੇ ਇਸ ਲਈ ਵੀ ਜ਼ਿਆਦਾ ਅੱਛੀ ਤਰ੍ਹਾਂ ਸੈਲੀਬ੍ਰੇਟ ਨਹੀਂ ਕਰ ਰਹੇ ਸੀ ਕਿ ਅਸੀਂ ਇਵੈਂਟ ਦੇ ਤੌਰ ਤੇ ਕਰਦੇ ਹਾਂ ਕਿ ਯੂਕਰੇਨ ਦੀ ਤਰਾਸਦੀ ਕਰਕੇ ਅਸੀਂ ਕੁਝ ਪੌਦੇ ਤੇ ਗਰੀਬ ਕੁੜੀਆਂ ਨੂੰ ਜਾਂ ਜ਼ਰੂਰਤਮੰਦ ਕੁੜੀਆਂ ਨੂੰ ਕਵਾਂਗੇ, ਜ਼ਰੂਰਤਮੰਦ ਕੁੜੀਆਂ ਨੂੰ ਉਹਨਾਂ ਦੀ ਕਿਤਾਬਾਂ ਔਰ ਕਾਪੀਆਂ ਜੋ ਵੀ ਉਹਨਾਂ ਨੂੰ ਅਗਲੇ ਸਾਲ ਵਾਸਤੇ ਅਪ੍ਰੈਲ ਦੇ ਮੰਥ 'ਚ ਜੋ ਵੀ ਚਾਹੀਦੀਆਂ ਉਹ ਅਸੀਂ ਦੇਵਾਂਗੇ। ਰਜਨੀ ਮੈਮ ਜੀ ਨੇ ਅਸੀਂ ਲਿਸਟ ਤਿਆਰ ਕੀਤੀ ਹੈ, ਉਹ ਬੱਚਿਆਂ ਤੱਕ ਅਸੀਂ ਪਹੁੰਚਾਵਾਂਗੇ। ਤੇ ਇਹੀ ਚਾਹਾਂਗੇ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਇੱਥੇ ਸੱਦਾ ਦਿੱਤਾ ਤੇ ਇਸ ਦਿਨ ਸਾਨੂੰ ਬੁਲਾ ਕੇ ਵੂਮਨ ਇੰਟਰਨੈਸ਼ਨਲ ਡੇ ਤੇ ਸਾਡੇ ਮੈਂਬਰਸ ਦੇ ਨਾਲ ਸਾਨੂੰ ਰੂਬਰੂ ਕਰਾਇਆ ਚੈਨਲ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਹੋਏ। ਧੰਨਵਾਦ ਮੈਮ ਜੀ, ਸਾਡਾ ਹੌਸਲਾ ਵਧਾਉਣ ਲਈ ਤੇ ਸਾਡੇ ਨਾਲ ਜੁੜਨ ਲਈ ਧੰਨਵਾਦ। A woman should be two things, who and what she wants. Thank you. ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।